ਦੇਸ਼ ਭਰ ਦੇ ਵਿੱਚ ਬਹੁਤ ਜ਼ਿਆਦਾ ਖਿਲਾੜੀ ਐਸੇ ਨੇ ਜੋ ਕਿ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰ ਰਹੇ ਨੇ। ਪੰਜਾਬ ਦਾ ਲੁਧਿਆਣਾ ਏਰੀਆ, ਇੱਥੇ ਦੋ ਚੇਅਰ ਕਪਲ ਨੇ, ਦਿਵਿਆਂਗ ਨੇ ਔਰ ਪੈਰਾਂ ਤੋਂ ਚੱਲ ਫਿਰ ਨਹੀਂ ਸਕਦੇ, ਪਰ ਉਹਨਾਂ ਦੇ ਜਿਹੜੇ ਹੌਸਲੇ ਨੇ ਉਹ ਆਸਮਾਨ ਤੱਕ ਛੂੰਹਦੇ ਨਜ਼ਰ ਆ ਰਹੇ ਨੇ। ਇੰਡੀਆ ਨੂੰ ਰਿਪਰੈਜ਼ੈਂਟ ਕਰ ਰਹੇ ਨੇ ਔਰ ਪੈਰਾ ਬੈਡਮਿੰਟਨ ਦੇ ਇਹ ਦੋਵੇਂ ਖਿਲਾੜੀ ਨੇ। ਕੀ ਇਹਨਾਂ ਨੇ ਕਿੱਦਾਂ ਸ਼ੁਰੂ ਕੀਤਾ, ਅਸੀਂ ਅੱਜ ਇਹਨਾਂ ਨਾਲ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਾਂਗੇ ਔਰ ਤੁਹਾਨੂੰ ਵੀ ਮਿਲਾਵਾਂਗੇ ਇਹ ਦੋ ਕਪਲ। ਸਰ, ਪਹਿਲਾਂ ਤੁਹਾਡਾ ਨਾਮ? मैं अश्विनी कुमार, इंटरनेशनल पैरा बैडमिंटन प्लेयर। मैं शबाना, इंटरनेशनल पैरा बैडमिंटन प्लेयर। ਪਹਿਲਾਂ ਤਾਂ ਤੁਹਾਡਾ ਦੋਵਾਂ ਦਾ ਬਹੁਤ-ਬਹੁਤ ਸਵਾਗਤ ਹੈ ਇਹ ਨਿਊਜ਼ 18 ਪੰਜਾਬ ਦੇ ਵਿੱਚ। शुक्रिया जी। थैंक यू। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆਂ ਵੀ ਜਿਹੜੇ ਚੰਗੇ ਭਲੇ ਬੰਦੇ ਹੁੰਦੇ ਆ, ਨੌਜਵਾਨ, ਉਹ ਵੀ ਗੇਮਾਂ ਵੱਲ ਨਹੀਂ ਜ਼ਿਆਦਾ ਅੱਜ ਕੱਲ੍ਹ ਹੋ ਰਹੇ ਕਿਉਂਕਿ ਹੋਰ ਹੀ ਪਾਸੇ ਤੁਰੇ ਫਿਰਦੇ ਆ। ਤੁਸੀਂ ਮੰਨ ਲਓ ਵੀ ਲੱਤਾਂ ਪੈਰਾਂ ਤੋਂ ਲੱਤਾਂ ਤੋਂ ਥੋੜ੍ਹਾ ਜਿਹਾ ਮੰਨ ਲਓ ਵੀ ਨਹੀਂ ਚੱਲ ਫਿਰ ਸਕਦੇ, ਤੇ ਫਿਰ ਵੀ ਤੁਸੀਂ ਇੰਨੀ ਹਿੰਮਤ ਕਰ ਰਹੇ ਹੋ, ਔਰ ਇਹ ਕਿਸ ਤਰ੍ਹਾਂ ਜਜ਼ਬਾ ਆਇਆ ਤੁਹਾਡੇ ਵਿੱਚ? ਦੇਖੋ ਬ੍ਰਦਰ, ਇਹ ਜ਼ਰੂਰੀ ਨਹੀਂ ਹੈਗਾ ਕਿ ਬੰਦਾ ਹੈਂਡੀਕੈਪਟ ਹੋ ਗਿਆ ਤੇ ਉਸ ਤੋਂ ਬਾਅਦ ਆਪਾਂ ਕੁਝ ਨੈਗੇਟਿਵ ਹੀ ਸੋਚਣਾ ਸ਼ੁਰੂ ਕਰ ਦਈਏ, ਜਾਂ ਆਪਾਂ ਬੈੱਡ 'ਤੇ ਪੜੇ ਰਹਿ ਜਾਈਏ, ਜਾਂ ਆਪਾਂ ਕੁਝ ਕਰਨ ਦੀ ਠਾਨੀਏ ਨਾ। ਇਹ ਇੱਕ ਹੈਂਡੀਕੈਪਟ ਜੇ ਬਣਾਇਆ ਵਾ ਤੇ ਉਹਨੂੰ ਇੱਕ ਆਪਣਾ ਤਾਕਤ ਬਣਾ ਲਓ। ਉਸ ਚੀਜ਼ ਨੂੰ ਕਿਸੇ ਵੀ ਹਿੱਸੇ ਵਿੱਚ ਲਾ ਲਓ। ਜਾਂ ਆਪਾਂ ਨੂੰ ਰੱਬ ਨੇ ਕੋਈ ਮੰਨ ਲਓ ਆਪਾਂ ਨੂੰ ਸਪਾਈਨਲ ਕਰ ਦਿੰਦਾ ਵਾ, ਤੇ ਮੈਂ ਕਾਫੀ ਤੁਹਾਨੂੰ ਪਲੇਅਰ ਦਿਖਾ ਸਕਦਾ ਜਿਹੜੇ ਇਸ ਵਕਤ ਟੋਪ ਕੰਡੀਸ਼ਨ ਦੇ ਵਿੱਚ ਵਾ, ਇੰਡੀਆ ਨੂੰ ਰਿਪਰੈਜ਼ੈਂਟ ਕਰਦੇ ਆ ਸਪਾਈਨਲ ਬਾਰੇ ਵੀ। ਮੈਂ ਇਹੀ ਚਾਹੁੰਦਾ ਕਿ ਜਿਹੜੇ ਮਤਲਬ ਕਿ ਹੈਂਡੀਕੈਪਟ ਵਾ ਉਹ ਆਪਣੇ ਆਪ ਨੂੰ ਛੋਟਾ ਨਾ ਸਮਝਣ, ਗੇਮਾਂ ਦੇ ਵਿੱਚ ਆਉਣ। ਜੇ ਗੇਮਾਂ ਦੇ ਵਿੱਚ ਨਹੀਂ ਆਉਣਾ ਤਾਂ ਪੜ੍ਹਾਈ ਦੇ ਵਿੱਚ ਕੁਝ ਕਰੋ, ਬਟ ਕਰੋ ਜ਼ਰੂਰ, ਤਾਂ ਕਿ ਕਿਸੇ ਦੇ ਮੁਹਤਾਜ ਨਾ ਬਣ ਕੇ ਰਹੋ। ਕਿਉਂਕਿ ਇਹੀ ਰਸਤਾ ਅਸੀਂ ਅਪਣਾਇਆ ਸੀਗਾ, ਕਿਉਂਕਿ ਅਸੀਂ ਕਿਸੇ ਦੇ ਮੁਹਤਾਜ ਨਹੀਂ ਬਣਨਾ ਚਾਹੁੰਦੇ ਸੀਗੇ। ਅਸੀਂ ਮਤਲਬ ਕਿ ਫਿਰ ਗੇਮ ਦੇ ਵਿੱਚ ਆਏ ਸੀਗੇ ਤੇ ਮੁਸ਼ਕਿਲਾਂ ਤਾਂ ਬਹੁਤ ਆਈਆਂ ਸਾਨੂੰ ਇੰਟਰਨੈਸ਼ਨਲ ਲੈਵਲ ਤੱਕ ਪਹੁੰਚਣ ਲਈ, ਪਰ ਅਸੀਂ ਹਰ ਚੁਣੌਤੀ ਪਾਰ ਕੀਤੀ ਹੈ ਤੇ ਇਸ ਲੈਵਲ ਤੱਕ ਪਹੁੰਚੇ ਨੇ। ਸਰ, ਕਿੱਦਾਂ ਇਹ ਜਜ਼ਬਾ ਪੈਦਾ ਹੋਇਆ? ਕਿੱਦਾਂ ਤੁਸੀਂ ਇਸ ਲਾਈਨ ਦੇ ਵਿੱਚ ਆਏ? ਕਿੱਦਾਂ ਇਹ ਸੋਚਿਆ ਵੀ ਇਹੀ ਚੀਜ਼ ਪੈਰਾ ਬੈਡਮਿੰਟਨ ਹੀ ਖੇਲਣੀ ਹੈ? ਬ੍ਰਦਰ, ਐਕਚੁਅਲੀ ਜਿਹੜੀ ਮੇਰੀ ਗੇਮ ਸੀਗੀ, ਮੈਂ ਵੀਲਚੇਅਰ ਕ੍ਰਿਕਟ ਤੋਂ ਸਟਾਰਟ ਕੀਤੀ ਸੀਗੀ 2016 ਦੇ ਵਿੱਚ। ਮੇਰਾ ਦੋਸਤ ਸੀਗਾ, ਮਤਲਬ ਕਿ ਮੈਨੂੰ ਪਤਾ ਵੀ ਨਹੀਂ ਸੀਗਾ ਗੇਮ ਬਾਰੇ ਵੀ ਕੋਈ ਹੈਂਡੀਕੈਪਟ ਦੇ ਲਈ ਕੋਈ ਗੇਮ ਵੀ ਹੁੰਦੀ ਆ, ਤੇ ਮੇਰਾ ਫਰੈਂਡ ਸੀਗਾ ਦਲੀਪ ਗੁਪਤਾ, ਉਹ ਮੈਨੂੰ ਲੈ ਗਿਆ ਸੀ ਚੰਡੀਗੜ੍ਹ। ਉਹ ਕਹਿੰਦਾ ਵੀ ਇੱਦਾਂ ਵੀਲਚੇਅਰ ਕ੍ਰਿਕਟ ਵੀ ਹੁੰਦੀ ਹੈ, ਆਪਣੀ ਪੰਜਾਬ ਲੈਵਲ 'ਤੇ ਕ੍ਰਿਕਟ ਹੈ ਵੀਲਚੇਅਰ ਕ੍ਰਿਕਟ, ਤੇ ਕਹਿੰਦਾ ਤੂੰ ਟਰਾਇਲ ਦੇ ਰਹੇ ਸ਼ਾਇਦ ਪਾਸ ਹੋ ਜਾਵੇਂ। ਮੈਂ ਫਿਰ ਉਹਦਾ ਟਰਾਇਲ ਦਿੱਤਾ ਸੀ ਲੁਧਿਆਣੇ ਦੇ ਵਿੱਚ ਹੀ, ਤੇ ਮੇਰੀ ਫਿਰ ਸਿਲੈਕਸ਼ਨ ਹੋਈ ਸੀ ਵੀਲਚੇਅਰ ਕ੍ਰਿਕਟ ਦੇ ਵਿੱਚ ਨੈਸ਼ਨਲ ਲੈਵਲ 'ਤੇ। ਤੇ ਉਸ ਤੋਂ ਬਾਅਦ ਫਿਰ ਮੇਰਾ ਯਾਰ ਰੁਝਾਵ ਸੀਗਾ, ਮੈਂ ਗੇਮਾਂ ਹੋਰ ਵੀ ਸਰਚ ਕਰਨ ਲੱਗ ਗਿਆ YouTube ਵਗੈਰਾ 'ਤੇ। ਫਿਰ ਮੈਨੂੰ ਬੈਡਮਿੰਟਨ ਗੇਮ ਬੜੀ ਪਸੰਦ ਆਈ ਤੇ ਮੇਰਾ ਰੁਝਾਵ ਵੀ ਵੱਧ ਗਿਆ ਉਹਦੇ ਵਿੱਚ, ਤੇ ਇੱਕ ਜ਼ਰੀਆ ਨਹੀਂ ਮਤਲਬ ਕਿ ਮਿਲ ਰਿਹਾ ਸੀਗਾ ਵੀ ਕਿੱਦਾਂ ਪਹੁੰਚਿਆ ਜਾਵੇ ਉੱਥੇ ਤੱਕ। ਤੇ ਫਿਰ ਮੇਰੀ ਮੁਲਾਕਾਤ ਜਿਹੜੀ ਮਤਲਬ ਕਿ ਮੇਰੀ ਵਾਈਫ ਨਾਲ ਹੋਈ, ਤੇ ਅਸੀਂ ਫੇਸਬੁੱਕ ਦੇ ਥਰੂ ਅਸੀਂ ਗੱਲਬਾਤ ਕਰਨੀ ਸ਼ੁਰੂ ਕੀਤੀ। ਫਿਰ ਇਹਨਾਂ ਨੇ ਮੈਨੂੰ ਸਮਝਾਇਆ ਕਿ ਬੈਡਮਿੰਟਨ ਦੇ ਇੱਦਾਂ ਕਾਫੀ ਫਾਇਦੇ ਨੇ, ਗਵਰਨਮੈਂਟ ਦੇ ਅੰਡਰ ਹੈ ਗੇਮ, ਤੇ ਤੁਸੀਂ ਇੱਕ ਵਾਰੀ ਜੁਆਇਨ ਕਰੋ। ਫਿਰ ਮੈਂ 1 ਸਾਲ ਪੂਰਾ ਪ੍ਰੈਕਟਿਸ ਕੀਤੀ ਉਹਦੀ। ਫਿਰ 2020 ਦੇ ਵਿੱਚ ਅਬੋਹਰ ਦੇ ਵਿੱਚ ਇਸ ਦਾ ਟਰਾਇਲ ਸੀਗਾ, ਫਿਰ ਮੈਂ ਟਰਾਇਲ ਦੇਣ ਗਿਆ ਸੀ ਅਬੋਹਰ ਦੇ ਵਿੱਚ। ਫਿਰ ਮੇਰੀ ਨੈਸ਼ਨਲ ਲੈਵਲ 'ਤੇ ਸਿਲੈਕਸ਼ਨ ਹੋਈ ਸੀ, ਜਿਸ ਦਾ ਮੈਂ ਪਹਿਲਾ ਨੈਸ਼ਨਲ ਉੜੀਸਾ ਵਿੱਚ ਖੇਲਿਆ ਸੀਗਾ 2021 ਦੇ ਵਿੱਚ। ਠੀਕ ਹੈ। ਦੂਸਰੀ ਗੱਲ ਸਿਸਟਰ ਨਾਲ ਕਰ ਲੈਂਦੇ ਆ। ਸ਼ਬਾਨਾ ਜੀ, ਕਿੱਥੇ ਹੁਣ ਤੱਕ ਤੁਸੀਂ ਕਿਹੜੇ ਨੈਸ਼ਨਲ ਲੈਵਲ ਖੇਡੇ ਆ, ਜਾਂ ਕਿੱਥੇ ਤੁਸੀਂ ਇਹ ਗੇਮਾਂ ਖੇਡ ਚੁੱਕੇ ਹੋ? मैंने 2019 से स्टार्ट किया था बैडमिंटन अपना। पहला नेशनल मैंने उत्तराखंड में खेला था, उधम सिंह नगर में। उसके बाद उसमें मेरे 3 मेडल लगे थे, उसमें 2 ब्रॉन्ज 1 सिल्वर। फिर उसी साल मेरा 2019 में ही सितंबर में मेरा सिलेक्शन हुआ था थाईलैंड के लिए, तो मैं वहाँ पे पार्टिसिपेट करने के लिए गई थी। बट वहाँ पे मेरे से पार्टिसिपेशन ही हो पाया था क्योंकि मेरी प्रैक्टिस इतनी अच्छी नहीं थी कि मैं इंटरनेशनल लेवल पर जाकर मेडल लेके आ पाऊँ। फिर उसके बाद में मैंने 2020 में अपना उड़ीसा में दिया, नेशनल खेला हमने, तो उसमें मेरा 1 गोल्ड और 1 सिल्वर मेडल लगा था। उसी के बाद फिर मैं युगांडा खेलने के लिए गए हम दोनों ही, तो उसमें मेरा 3 मेडल थे, सिल्वर मेडल तीनों कैटेगरी में। उसके बाद में अब हम फिर दोबारा से नेशनल खेल के आए लखनऊ, तो उसमें हमारा ब्रॉन्ज मेडल लगा। और अब जो है अभी पिछले मंथ हम लोग खेल कर आए हैं युगांडा से, ईस्ट अफ्रीका, तो उसमें मेरा 1 सिल्वर मेडल है और 1 ब्रॉन्ज मेडल है। तो मैम, सरकार ने कोई आपको हेल्प की है, या किसी ने आपको स्पॉन्सर किया है? इसके बारे में कुछ बताइए। नहीं, देखो सर, गवर्नमेंट तो भी हेल्प नहीं कर रही। और दूसरी बात है कि अभी स्पॉन्सर ही, जैसे मान लो हम वर्सटाइल वाले जितेंद्र सर हैं, उन्होंने हमारा पूरा दोनों का खर्चा उठाया है कंपनी ने। उनका हम बहुत बहुत धन्यवाद भी करना चाहेंगे कि उन्होंने हमें दोबारा कहने का मौका नहीं दिया, उन्होंने सारा काम उन्होंने किया। बट कि जबकि ये काम गवर्नमेंट को करना चाहिए था, गवर्नमेंट नहीं कर रही है।
क्योंकि हमारे यहाँ की जो स्टेट लेवल की एसोसिएशन है वो हम लोग पर ध्यान नहीं दे रही। वो पता नहीं कहाँ पीछे हट रही है, वो कहाँ, क्योंकि हमारे स्टेट होने चाहिए हर साल, हर गेम में स्टेट होते हैं, बट हमारे स्टेट नहीं हो पा रहे अभी तक, एक बार भी स्टेट नहीं हुए हैं। लास्ट ईयर भी पंजाब खेल मेला था ना, उसमें भी हमारे लोग स्टेट करवानी थी, स्टेट भी हुई, डिस्ट्रिक्ट भी हुई, बट नॉर्मल की हुई, हैंडीकैप्स की नहीं हुई, वो ऐसे ही ख़त्म हो गया। अब दोबारा से अब हम लोग कोशिश कर रहे हैं कि स्टेट हो, कम से कम स्टेट तो स्टार्ट कर जाए। तो वो बोलते हैं कि डॉक्टर के लेके कुछ रीज़न है कि डॉक्टर की टीम आएगी, ये होगा, तो करने से कुछ सब कुछ होता है। अब जिसको करना ही नहीं है और जिसको कुछ करवाना ही नहीं है तो वो तो सो बहाने बनाएंगे ही, वरना कोई इतना बड़ा इशू नहीं है। कि मैं अपने यहाँ के स्टेट लेवल के लोगों से भी कहूँगी, प्लीज़ वो एसोसिएशन के लोगों से कहूँगी कि कम से कम जो चीज़ वो उनको दिक्कत लग रही है उसको सॉल्व करें और स्टेट लेवल पर यहाँ के लोगों को खेलना शुरू करवाएं। क्योंकि देखो कुछ लोगों को जानकारी भी नहीं है गेम्स के बारे में। यहाँ पर स्टेट लेवल है, डिस्ट्रिक्ट लेवल पे बंदा खेलेगा, जब वो आगे जाके देखेगा करेगा। अब वो डायरेक्ट नेशनल में तो बहुत मुश्किल हो जाता है क्योंकि कंपटीशन बहुत टफ है। जब वो स्टेट लेवल से स्टार्ट नहीं करेगा तो वो आगे नेशनल में खेल नहीं पाएगा। ਸਰ ਅਗਲਾ ਕੀ ਪ੍ਰੋਗਰਾਮ ਆ ਹੁਣ ਤੁਹਾਡਾ, ਵੀ ਤੁਸੀਂ ਕਿੱਥੇ ਤੱਕ ਪਹੁੰਚਣਾ, ਕਿੱਥੇ ਤੱਕ ਉਡਾਨ ਜਾ ਕੇ ਖਤਮ ਹੋ ਸਕਦੀ ਤੁਹਾਡੀ, ਜਾਂ ਕਿੱਥੇ ਆਸਮਾਨ ਨੂੰ ਛੂਹਣਾ ਚਾਹੁੰਦੇ ਹੋ? ਹਾਂਜੀ ਸਰ, ਜਿਹੜਾ ਇੱਕ ਹਰ ਪਲੇਅਰ ਦਾ ਮਤਲਬ ਕਿ ਇਕੱਲਾ ਮੇਰਾ ਨਹੀਂ, ਮੇਰੀ ਵਾਈਫ ਦਾ ਨਹੀਂ, ਮਤਲਬ ਕਿ ਹਰ ਪਲੇਅਰ ਦਾ ਇੱਕੋ ਹੀ ਸੁਪਨਾ ਹੁੰਦਾ ਵਾ ਓਲੰਪਿਕ ਦੇ ਵਿੱਚ ਖੇਲਣਾ। ਕਿ ਸਾਡਾ ਹੁਣ ਪੈਰਾਲੰਪਿਕ ਆ ਰਿਹਾ 2024 ਦੇ ਵਿੱਚ ਪੈਰਿਸ ਦੇ ਵਿੱਚ ਹੈ, ਅਤੇ ਉਹਦੇ ਲਈ ਮੇਰੀ ਵਾਈਫ ਦੀ ਮਤਲਬ ਕਿ ਜਿਹੜੀ ਪੋਜੀਸ਼ਨ ਕਾਫੀ ਸਟਰੋਂਗ ਹੈ ਪੈਰਾਲੰਪਿਕ ਦੇ ਲਈ। ਅਤੇ 2024 ਦੇ ਲਈ ਮਤਲਬ ਕਿ ਉਹਨਾਂ ਨੂੰ ਮੈਂ ਚਾਹੁੰਦਾ ਵੀ ਜਿਹੜੇ ਮਤਲਬ ਕਿ ਜਤਿੰਦਰ ਸਹਿਗਲ ਜੀ ਆ, ਜਿਨ੍ਹਾਂ ਨੇ ਸਾਨੂੰ ਹੁਣ ਮਤਲਬ ਕਿ ਪੂਰਾ ਸਪੋਂਸਰ ਕੀਤਾ ਸੀ ਟੂਰ ਪਿਛਲਾ, ਸਾਨੂੰ ਬਾਹਰ ਭੇਜਿਆ ਸੀ, ਅਤੇ ਉਹ ਫਿਰ ਦੁਬਾਰਾ ਤੋਂ ਸਾਨੂੰ ਜਿਹੜੇ ਸਾਡੇ 3 ਟੂਰ ਬਚੇ ਨੇ ਇੰਡੋਨੇਸ਼ੀਆ, ਆਸਟ੍ਰੇਲੀਆ ਅਤੇ ਜਾਪਾਨ, ਉਹਦੇ ਲਈ ਸਾਨੂੰ ਸਪੋਂਸਰ ਕਰਨ ਤਾਂ ਕਿ ਮੇਰੀ ਵਾਈਫ ਦਾ ਜਿਹੜਾ ਪੈਰਾਲੰਪਿਕ ਦਾ ਸਫ਼ਰ ਪੂਰਾ ਹੋ ਸਕੇ ਅਤੇ ਉਹਦੇ ਵਿੱਚ ਮੇਰੀ ਵਾਈਫ ਦਾ ਨਾਮ ਆ ਸਕੇ। ਅਤੇ ਦੂਜਾ ਮੈਂ ਇਹ ਵੀ ਕਹਿਣਾ ਚਾਹੁੰਦਾ ਵਾਂ ਵੀ ਕਾਫੀ ਮੈਨੂੰ ਬੰਦੇ ਮਿਲੇ ਵੀ ਹੈ ਹੈਲਪ ਦੇ ਲਈ, ਚਲੋ ਕਾਫੀਆਂ ਨੇ ਹੈਲਪ ਵੀ ਕੀਤੀ ਹੈ, ਪਰ ਉਹਨਾਂ 'ਚੋਂ ਇੱਕ ਨਾਮ ਹੋਰ ਹੈ ਜਿਹੜਾ ਮਤਲਬ ਕਿ ਮੇਰੇ ਭਾਜੀ ਨੇ, ਉਹ ਜਿਨ੍ਹਾਂ ਨੇ ਮਤਲਬ ਕਿ ਮੇਰੇ ਵੱਡੇ ਭਰਾ ਅਤੇ ਮਤਲਬ ਕਿ ਮੇਰੇ ਪਿਓ ਦੇ ਮਤਲਬ ਕਿ ਰੋਲ ਅਦਾ ਕੀਤਾ ਮੇਰੀ ਲਾਈਫ ਦੇ ਵਿੱਚ ਜਦੋਂ ਦਾ ਮੈਂ ਸਪੋਰਟਸ ਦੇ ਵਿੱਚ ਜੁਆਇਨ ਕੀਤਾ ਹੈ। ਉਹਨਾਂ ਦਾ ਨਾਮ ਅਮਿਤ ਬਾਲੀਆ ਜੀ, ਅਤੇ ਕਾਫੀ ਮਤਲਬ ਕਿ ਹੈਲਪਫੁਲ ਬੰਦੇ ਨੇ, ਕਾਫੀ ਮੇਰੀ ਹੈਲਪ ਕੀਤੀ ਉਹਨਾਂ ਨੇ। ਚਲੋ ਹੁਣ ਕਾਫੀ ਦਿੱਕਤ ਆ ਗਈ ਉਹਨਾਂ ਦੇ ਬਿਜ਼ਨਸ ਵਿੱਚ, ਉਹ ਕੋਈ ਵੱਡੀ ਹੈਲਪ ਨਹੀਂ ਕਰ ਪਾਏ, ਪਰ ਫਿਰ ਵੀ ਉਹ ਹਰ ਵਾਰ ਸਪੋਰਟਸ ਦੇ ਵਿੱਚ ਹੀ ਰਹਿੰਦੇ, ਮੇਰੀ ਸਪੋਰਟ ਕਰਦੇ ਮੈਨੂੰ ਜ਼ਿਆਦਾ ਤੋਂ ਜ਼ਿਆਦਾ। ਅਤੇ ਮੈਂ ਇਹੀ ਚਾਹੂੰਗਾ ਉਹਨਾਂ ਵਾਂਗੂ ਹੋਰ ਵੀ ਬੰਦੇ ਸਾਡੇ ਨਾਲ ਜੁੜਨ ਤਾਂ ਕਿ ਜਿਹੜਾ ਸਾਡਾ ਪੈਰਾਲੰਪਿਕ ਦਾ ਸਫ਼ਰ ਆ ਉਹ ਆਸਾਨ ਹੋ ਸਕੇ। ਕਿਉਂਕਿ ਇਸ ਦੇ ਲਈ ਕਾਫੀ ਮਤਲਬ ਕਿ ਫਾਈਨੈਂਸ਼ੀਅਲੀ ਹੈਲਪ ਚਾਹੀਦੀ ਹੁੰਦੀ ਹੈ, ਹੋਰ ਕਾਫੀ ਮਤਲਬ ਕਿ ਹੈਲਪ ਦੀ ਜ਼ਰੂਰਤ ਹੁੰਦੀ ਹੈ, ਅਤੇ ਉਹ ਸਿਰਫ ਸਪੋਂਸਰ ਦੇ ਥਰੂ ਹੀ ਮਿਲ ਸਕਦੀ, ਕਿਉਂਕਿ ਗਵਰਨਮੈਂਟ ਸਾਡੀ ਹੈਲਪ ਨਹੀਂ ਕਰ ਰਹੀ ਹਜੇ। ਕਿਉਂਕਿ ਗਵਰਨਮੈਂਟ ਹੈਲਪ ਕਰੂਗੀ ਜੇ ਅਸੀਂ ਪੈਰਾਲੰਪਿਕ ਦੇ ਵਿੱਚ ਪਹੁੰਚ ਜਾਊਂਗੇ, ਅਤੇ ਉੱਥੇ ਹੀ ਉਹਨਾਂ ਨੇ ਸਪੋਰਟ ਕਰਨੀ ਹੈ ਸਾਨੂੰ, ਚਾਹੇ ਉੱਥੇ ਲੱਖਾਂ ਰੁਪਏ ਖਰਚਾ ਆਊਗਾ, ਉਹ ਪੂਰਾ ਖਰਚਾ ਗਵਰਨਮੈਂਟ ਕਰੂਗੀ, ਬਟ ਉਸ ਤੋਂ ਪਹਿਲਾਂ ਸਪੋਂਸਰ ਦੇ ਥਰੂ ਹੀ ਸਾਨੂੰ ਅੱਗੇ ਪਹੁੰਚਣਾ ਪਊਗਾ। ਮੈਮ ਤੁਸੀਂ ਮੈਡਲ ਜਿੱਤੇ ਨੇ, ਸਿਲਵਰ ਦੇ, ਕਾਂਸੇ ਦੇ, 골ਡ ਮੈਡਲ, ਤੁਸੀਂ ਇੰਨੀ ਬੁਛਾਰ ਲਗਾਈ ਹੈ ਵੀ ਅਖਬਾਰਾਂ ਦੇ ਵਿੱਚ ਵੀ ਆਇਆ, ਟੀਵੀ ਚੈਨਲਾਂ ਦੇ ਵਿੱਚ ਵੀ ਆਇਆ, ਤੇ ਸਰਕਾਰ ਦੇ ਕਿਸੇ ਨੁਮਾਇੰਦੇ ਨੇ ਤੁਹਾਡੇ ਤੱਕ ਪਹੁੰਚ नहीं की थी? वही तो हम क्या आपको बताना चाह रही हूँ कि मैं जो स्पोर्ट्स में हमारे यहाँ के हैं, क्योंकि गवर्नमेंट देखो, गवर्नमेंट बहुत सारे काम देख रही है, उन्होंने अपने अपने काम के लिए अलग अलग बंदे को चुना हुआ है कि ये बंदा ये काम करेगा, बंदा वो काम करेगा, ठीक है। जो जिसके अंडर हम लोग आते हैं, जिसका जो हमें देखता है, वो ही जाकर हमारी वो हेल्प उनको जाकर नहीं बताएगा या उनसे नहीं कहेगा कि भाई इनको ये नीड है, इनकी ये प्रॉब्लम आ रही है, तो हम लोग डायरेक्ट तो जाके पहुंच नहीं सकते उनके पास इतना समय भी नहीं है कि वो हम लोगों की बात सुनेंगे। तो उन्होंने तो हमारी स्टेट लेवल पे बना रखी है एसोसिएशन। अब हम तो सिर्फ उन्हीं के आस में बैठे हैं कि वो लोग हमारे लिए काम करें, बट वो पता नहीं क्यों अनसुना कर रहे हैं, अनदेखा कर रहे हैं, वो हमें समझ में नहीं आ रहा, तो जिसकी वजह से हम लोग बहुत निराश हैं। अभी क्या मांग है सरकार से, कुछ कहना चाहते हैं? बस हमें गवर्नमेंट से देखो ये मांगे, हम लोग देखो इंटरनेशनल लेवल पर खेल के आ चुके हैं हैंडीकैप्स के लिए, हम इतने मेडल ला चुके हैं नेशनल लेवल पर भी और इंटरनेशनल लेवल पर भी, बट अभी तक हम लोग के पास ना तो कोई जॉब है, ना किसी तरीके से हमारी कोई, हम लोग खेलने जाते हैं उसके लिए हमें स्पॉन्सरशिप मिलती है, और जो मेडल गवर्नमेंट कहती है कि आपको मेडल का पैसा मिलेगा, उस मेडल के पैसों को हमें क्यों नहीं दिया जा रहा, जिसकी वजह से हम लोग अपनी परेशानी दूर कर सकते हैं, अपना कुछ काम हम शुरू कर सकते हैं, या अपने और अच्छे तरीके से हम लोग अपने कोचिंग वगैरह ले सकते हैं। तो वो पैसा अभी से 7.5 लाख रुपए मेरा बैठ रहा है गवर्नमेंट के ऊपर, जो अभी तक मुझे नहीं मिला। ये जो मेडलों के पैसे मिलते हैं, हाँ जी, मेडलों के पैसे मिलते हैं, रिप्रेजेंट करते हैं, बट अभी तक वो हमारा वो पैसा हमको नहीं मिला। पॉलिसी के अंदर है, आप चाहे कहीं से भी जाकर डीएस ऑफिस से ले लीजिए, आप डीसी ऑफिस से ले लीजिए, या चंडीगढ़ हेड ऑफिस है वहाँ से ले लीजिए, पॉलिसी आप देख लीजिए। पॉलिसी के अंदर हमारा गोल्ड का पैसा 5 लाख है, सिल्वर का मेडल का पैसा 3 लाख है, ब्रॉन्ज का 2 लाख है।
ਸੋ ਇਹਨਾਂ ਦਾ ਰੋਸ ਹੈ ਸਰਕਾਰ ਦੇ ਪ੍ਰਤੀ ਵੀ ਹੈ, ਕਿਉਂਕਿ ਜਿਹੜੇ ਖਿਡਾਰੀ ਇੰਡੀਆ ਨੂੰ ਰਿਪਰੈਜ਼ੈਂਟ ਕਰਦੇ ਨੇ ਤੇ ਉਹਨਾਂ ਦੇ ਜਿਹੜੇ ਮੈਡਲ ਮਿਲਦੇ ਨੇ ਤੇ ਉਹਨਾਂ ਦੀ ਕੁਝ ਜਿਹੜੀ ਰਕਮ ਹੈਗੀ ਉਹ ਖਿਡਾਰੀਆਂ ਨੂੰ ਦਿੱਤੀ ਜਾਂਦੀ ਹੈ। ਤੇ ਇਸ ਤੋਂ ਇਲਾਵਾ ਪ੍ਰਾਈਵੇਟ ਲੋਕ ਜਿਹੜੇ ਹੈਗੇ ਨੇ ਉਹ ਇਹਨਾਂ ਖਿਡਾਰੀਆਂ ਦੀ ਮਦਦ ਕਰ ਰਹੇ ਨੇ, ਜਦ ਕਿ ਇਹ ਕੰਮ ਸਰਕਾਰਾਂ ਦੇ ਨੇ। ਸਰਕਾਰਾਂ ਤੱਕ ਗੱਲ ਕਿੱਦਾਂ ਪਹੁੰਚਦੀ ਹੈ, ਇਹ ਇਹਨਾਂ ਦਾ ਕਹਿਣਾ ਹੈ ਵੀ ਜਿਹੜੇ ਪ੍ਰਬੰਧਕ ਨੇ ਉਹ ਸਾਨੂੰ ਸਟੇਟ ਲੈਵਲ ਤੱਕ ਹੀ ਰੱਖਣਾ ਚਾਹੁੰਦੇ ਨੇ, ਸਰਕਾਰਾਂ ਤੱਕ ਸਾਡੀ ਗੱਲ ਨਹੀਂ ਪਹੁੰਚਾ ਰਹੇ। ਜਦ ਕਿ ਇੰਨੇ ਮੈਡਲ ਲਿਆਉਣ ਤੋਂ ਬਾਅਦ ਇੰਡੀਆ ਨੂੰ ਰਿਪਰੈਜ਼ੈਂਟ ਕਰਦੇ ਦੇ ਜਿਹੜੇ ਦੋਵੇਂ ਦਿਵਿਆਂਗ ਖਿਡਾਰੀ ਨੇ ਤੇ ਮੀਆਂ ਬੀਵੀ ਨੇ, ਔਰ ਖੇਲਾਂ ਪ੍ਰਤੀ ਆਪਣਾ ਜਿਹੜਾ ਜੀਵਨ ਇਹਨਾਂ ਨੇ ਸਮਰਪਿਤ ਕਰ ਦਿੱਤਾ ਆ, ਪਰ ਸਰਕਾਰ ਵੱਲੋਂ ਇਹਨਾਂ ਦੀ ਕੋਈ ਹੈਲਪ ਨਹੀਂ ਕੀਤੀ ਗਈ। ਬਿਨਾਂ ਸਰਕਾਰ ਦੀ ਹੈਲਪ ਤੋਂ ਇਹ ਇੰਨੇ ਮੈਡਲ ਲਿਆ ਸਕਦੇ ਆ, ਇੰਟਰਨੈਸ਼ਨਲ ਲੈਵਲ ਤੇ ਜਿਹੜੇ ਖੇਡ ਸਕਦੇ ਆ ਇੰਡੀਆ ਨੂੰ ਰਿਪਰੈਜ਼ੈਂਟ ਕਰਕੇ। ਤੇ ਜੇ ਸਰਕਾਰ ਇਹਨਾਂ ਦੀ ਹੈਲਪ ਕਰੇ ਤਾਂ ਇਹ ਕਿੱਥੋਂ ਤੋਂ ਕਿੱਥੋਂ ਪਹੁੰਚ ਸਕਦੇ ਆ ਤੇ ਆਪਣੇ ਦੇਸ਼ ਦਾ ਤੇ ਆਪਣੇ ਪੰਜਾਬ ਦਾ ਤੇ ਆਪਣੇ ਜ਼ਿਲ੍ਹੇ ਦਾ ਨਾਮ ਰੋਸ਼ਨ ਕਰ ਸਕਦੇ ਆ। ਲੁਧਿਆਣਾ ਤੋਂ ਕੈਮਰਾਮੈਨ ਪਵਨ ਸੈਣੀ ਦੇ ਨਾਲ ਪ੍ਰਦੀਪ ਭੰਡਾਰੀ, ਨਿਊਜ਼ 18।